मीटिंगां दा दौर है जिहड़ा केंद्र दी सरकार नाल जारी है ते इन्हां मीटिंगां दे दौरान ही भारतीय किसान यूनियन एकता उगराहां दे प्रधान जोगिंदर सिंह उगराहां कल शाम नूं लाइव हुंदे आ, लाइव हो के बयान दिंदे आ। उन्हां नाल गलबात करदे आ कि उन्हां नूं अजिही किहड़ी लोड़ पई कि उन्हां नूं लाइव होना पिया, की ओह हालात सन, की ओह पूरी समस्या सी, की कारण सी। स्वागत है जी तुहाडा इंडोज टीवी आस्ट्रेलिया। प्रधान जी, तुहानूं जिहड़ा शाम दा घटनाक्रम वापरिया उस घटनाक्रम तो बाद शाम नूं तुसीं अपने मतलब एकता उगराहां दे पेज तो फेसबुक पेज तो तुसीं लाइव हुंदे हो, लाइव होके तुसीं अपना जिहड़ा रोस आ ओह प्रगट करदे हो। वो पूरा कारण दसो कि की कारण सी, किन्हां कारणा करके तुहानूं लाइव होना पिया ते वो पूरा मामला की सी। असल जदों असीं इधरों स्टेज खत्म की, मैं स्टेज तो बोल के आया, उदों चैनल वालियां दे मैनूं धड़ा धड़े सवाल सी भी अमित शाह जी ने मीटिंग सद लई, तुसीं जा रहे हो। जानी मैं सुन के हैरान सी भी अमित शाह की मीटिंग का की अर्थ है अज, क्योंकि मीटिंग तो कल नूं 9 तरीक की रखी हुई है ते अज शाम नूं 7 बजे मीटिंग है अमित शाह की। जानी मेरी गल समझ तो बाहर सी जी। ਜਦੋਂ ਉਹਨਾਂ ਨੇ ਸਵਾਲ ਬਾਰ-ਬਾਰ ਕੀਤੇ ਤਾਂ ਮੈਂ ਫੋਨ ਲਾ ਕੇ ਜਥੇਬੰਦੀਆਂ ਨੂੰ ਪੁੱਛਿਆ ਵੀ ਜੋ ਆ ਚਰਚਾ ਮੈਂ ਸੁਣ ਰਿਹਾ ਚੈਨਲਾਂ ਤੇ ਕੀ ਇਹ ਸੱਚ ਹੈ। ਤਾਂ ਉਧਰੋਂ ਕਿਹਾ ਵੀ ਠੀਕ ਹੈ ਜੀ ਮੀਟਿੰਗ ਤਾਂ ਹੈ ਪਰ ਤੁਹਾਨੂੰ ਨਹੀਂ ਸੱਦਿਆ ਜੀ। ਮੈਂ ਕਿਹਾ ਵੀ ਨਹੀਂ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ। ਇੰਨੀ ਗੱਲ ਹੈ ਵੀ ਠੀਕ ਹੈ ਜਾਵਾਂਗੇ ਤੇ ਹੈਗੇ ਵੀ ਜਵਾਬ ਦੇ ਕੇ ਮੁੜਾਵਾਂਗੇ। ਯਾਨੀ ਮੈਨੂੰ ਇਹ ਲੱਗਿਆ ਵੀ ਇਹ ਠੀਕ ਨਹੀਂ ਹੈ। फिर ਜਿਹੜੇ ਬਾਹਰੋਂ ਫੋਨ ਆਉਂਦੇ ਸੀ, ਲੋਕਾਂ ਦੇ ਫੋਨ ਆਉਂਦੇ ਸੀ ਜਿਨ੍ਹਾਂ ਦੇ ਨਾਲ ਸਾਡੇ ਸੰਬੰਧ ਨੇ, ਲੜ ਰਹੇ ਆ ਜੀ, ਉਹਨਾਂ ਲੋਕਾਂ ਦੇ ਖਾਸੇ ਸੀ ਵੀ ਇਸ ਤਰ੍ਹਾਂ ਅੱਜ ਮੀਟਿੰਗ ਜਾਣ ਦਾ ਤੇ ਕੱਲ ਦੀ ਮੀਟਿੰਗ ਦਾ ਜਨੀ ਵੀ ਇਹ ਅਰਥ ਕੀ ਹੈ। ਕਿਉਂਕਿ ਜਿੰਨੇ ਫੋਨ ਆ ਰਹੇ ਸੀ ਪਿੱਛੋਂ, ਉਸ ਹਾਲਤ 'ਚ ਮੈਨੂੰ ਲਾਈਵ ਹੋ ਕੇ ਆਪਣਾ ਪੱਖ ਤੇ ਸਾਥੀਆਂ ਤੋਂ ਜਿਹੜੀ ਇਹ ਕੋਈ ਫਰਕ ਰਿਹਾ ਛੋਟਾ ਮੋਟਾ ਉਹਦੇ ਬਾਰੇ ਜ਼ਰੂਰ ਸਾਥੀਆਂ ਨੂੰ ਵੀ ਕਹਿਣਾ ਪਿਆ ਤੇ ਪਿੱਛੇ ਵੀ ਦੱਸਣ ਵਾਸਤੇ ਲਾਈਵ ਹੋਣਾ ਪਿਆ ਮੈਨੂੰ ਕਿ ਇਹ ਮੋੜ ਹੈ ਜਿਹੜਾ ਜਦੋਂ ਘੋਲ ਪੀਕ ਤੇ ਹੈ। ਹੁਣ ਇਸ ਵੇਲੇ ਅਸੀਂ ਕੂਣੀ ਮੋੜ ਤੇ ਖੜੇ ਹਾਂ। ਕੂਣੀ ਮੋੜ ਇਹੋ ਜਿਹਾ ਖਤਰਨਾਕ ਹੁੰਦਾ, ਜੇ ਸੰਭਲ ਕੇ ਨਾ ਚੱਲਾਂਗੇ ਤਾਂ ਐਕਸੀਡੈਂਟ ਦੇ ਖਤਰੇ ਹੁੰਦੇ। ਪ੍ਰਧਾਨ ਜੀ, ਜਿਵੇਂ ਤੁਸੀਂ ਕਿਹਾ ਵੀ ਜਿਹੜਾ ਇਸ ਸਮੇਂ ਸੰਘਰਸ਼ ਹੈ ਉਹ ਬਹੁਤ ਪੀਕ ਤੇ ਆ ਤੇ ਇਸ ਸੰਘਰਸ਼ ਦੀ ਜਿਹੜੀ ਕਿਤੇ ਨਾ ਕਿਤੇ ਨਾਜ਼ੁਕ ਮੋੜ ਵੀ ਹੈਗਾ, ਕਿਉਂਕਿ ਜੇ ਕਿਤੇ ਆਪਾਂ ਕਿਸੇ ਤਰ੍ਹਾਂ ਦਾ ਕੋਈ ਲੂਪ ਹੋਲ ਸਰਕਾਰਾਂ ਦੇ ਸਾਹਮਣੇ ਪੇਸ਼ ਕਰਦੇ ਆ, ਜਿਸ ਤਰੀਕੇ ਨਾਲ ਤੁਸੀਂ ਲਾਈਵ ਹੁੰਦੇ ਹੋ, ਲਾਈਵ ਤੋਂ ਬਾਅਦ ਕਿਤੇ ਨਾ ਕਿਤੇ ਸਰਕਾਰ ਵੱਲ ਜਿਹੜੀ ਇਹ ਗੱਲ ਉਹਨਾਂ ਨੂੰ ਪੇਸ਼ ਹੋਈ ਹੈ ਕਿ ਜਿਹੜੀ ਆਪਸੀ ਤਾਲਮੇਲ ਦੀ ਘਾਟ 31 ਜਥੇਬੰਦੀਆਂ ਦੇ ਵਿੱਚ ਹੈ। ਕੀ ਤੁਸੀਂ ਸਮਝਦੇ ਹੋ ਕਿ ਇਹ ਤਾਲਮੇਲ ਦੀ ਘਾਟ ਸੀ ਜਾਂ ਜਾਣਬੁੱਝ ਕੇ ਇਦਾਂ ਕੀਤਾ ਗਿਆ? ਦੇਖੋ, ਮੈਂ ਜਾਣਬੁੱਝ ਕੇ ਤੈਨੂੰ ਕਹਿ ਸਕਦਾ ਇੱਕ ਤਾਲਮੇਲ ਦੀ ਫਰਕ ਤਾਂ ਰਹੇ ਨੇ ਵੀ ਉਹ ਕਿੱਥੋਂ ਰਹਿ ਗਏ। ਨਹੀਂ, ਇੱਕ ਜਿਹੜਾ ਪ੍ਰੋਸੀਜਰ ਹੈ, ਕੋਈ ਮੀਟਿੰਗ ਹੁੰਦੀ ਆ ਸਰਕਾਰ ਵੱਲੋਂ, ਕੋਈ ਮੀਟਿੰਗ ਦਿੱਤੀ ਜਾਂਦੀ ਹੈ, ਚਾਹੇ ਉਹ ਖੇਤੀਬਾੜੀ ਮੰਤਰੀ ਹੈ, ਚਾਹੇ ਉਹ ਕੋਈ ਹੋਰ ਨੁਮਾਇੰਦਾ ਹੈ, ਜਾਂ ਜਿਵੇਂ ਕੱਲ ਦੀ ਮੀਟਿੰਗ ਅਮਿਤ ਸ਼ਾਹ ਵੱਲੋਂ ਕਾਲ ਕੀਤੀ ਗਈ, ਉਹਦਾ ਪ੍ਰੋਸੀਜਰ ਕੀ ਹੁੰਦਾ? ਕਾਲ ਦਾ ਕਿਸ ਤਰੀਕੇ ਨਾਲ ਕਾਲ ਕੀਤੀ ਜਾਂਦੀ ਹੈ ਕਿ ਉਹ ਜਿਹੜੀ ਹਰੇਕ ਮੈਂਬਰ ਨੂੰ ਜਾਂ ਹਰੇਕ ਆਗੂ ਨੂੰ ਅਲੱਗ-ਅਲੱਗ ਤੌਰ ਤੇ ਜਿਹੜਾ ਸੰਦੇਸ਼ਾ ਭੇਜਿਆ ਜਾਂਦਾ, ਸੱਦਾ ਭੇਜਿਆ ਜਾਂਦਾ, ਪ੍ਰੋਸੀਜਰ ਆ ਉਹ ਦੱਸੋ ਥੋੜਾ। ਇਸ ਤਰ੍ਹਾਂ ਜਿਹੜੀ ਕੋਈ ਵਿਚੋਲਾ ਧਿਰ ਹੁੰਦੀ ਹੈ ਕਿਤੇ ਮੰਤਰੀ ਨਾਲ ਗੱਲ ਕਰਾਉਣ ਦੀ, ਹਾਂਜੀ, ਉਹਨੇ ਭਾਵੇਂ ਕਿਸੇ ਇੱਕ ਜਥੇਬੰਦੀ ਦੇ ਆਗੂ ਨਾਲ ਗੱਲ ਕਰ ਲਈ ਵੀ ਜੀ ਤੁਹਾਡੇ ਨਾਲ ਅਮਿਤ ਸ਼ਾਹ ਜਾਂ ਰਾਜਨਾਥ ਗੱਲ ਕਰਨਾ ਚਾਹੁੰਦਾ, ਇਹਦਾ ਤਰੀਕਾਕਾਰ ਇਹ ਹੈ ਵੀ ਉਸ ਦਾ ਆਗੂ ਦਾ ਇਹ ਫਰਜ਼ ਹੈ ਕਿ ਜਾਂ ਤਾਂ ਗੱਲ ਕਰਨੀ ਹੈ ਸਾਡੇ ਸਾਰਿਆਂ ਨਾਲ ਕਰੋ, ਨਹੀਂ ਮੈਂ ਸਾਰੇ ਆਗੂਆਂ ਨੂੰ ਜੇ ਮੀਟਿੰਗ ਦੇ ਸੱਦਾ ਕੋਈ ਆਉਂਦਾ ਹੈ ਤਾਂ ਸਾਰੀਆਂ ਜਥੇਬੰਦੀਆਂ ਨੂੰ ਆਗੂ ਮੇਰੀ ਜ਼ਿੰਮੇਵਾਰੀ ਬਣਦੀ ਹੈ। ਜੇ ਮੈਨੂੰ ਲੱਗਦਾ ਹੋਵੇ ਸਾਨੂੰ ਮੀਟਿੰਗ ਕਰਨੀ ਚਾਹੀਦੀ ਹੈ ਤੇ ਮੈਂ ਉਹਨਾਂ ਨੂੰ ਕਨਫਰਮ ਕਰਾਂ ਵੀ ਮੈਨੂੰ ਆਇਆ ਸੀ, ਤੁਹਾਨੂੰ ਆਇਆ ਕਿ ਨਹੀਂ ਆਇਆ, ਜਾਣਾ ਕਿ ਨਹੀਂ ਜਾਣਾ। ਇਹ ਤਾਲਮੇਲ ਸਾਡਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ। ਤੁਹਾਨੂੰ ਲੱਗਦਾ ਵੀ ਤਾਲਮੇਲ ਦੀ ਕਮੀ ਹੋਈ ਹੈ, ਇਹ ਤਾਲਮੇਲ ਦੀ ਘਾਟ ਹੈ, ਫਰਕ ਰਿਹਾ ਇਹ, ਆਪਾਂ ਬਹੁਤਾ ਨਾ ਇਹਤੇ ਕਮੈਂਟ ਕਰੀਏ ਜੀ ਜੀ, ਫਰਕ ਰਿਹਾ, ਕੋਈ ਬੇਈਮਾਨੀ ਚੋਂ ਨਹੀਂ ਜਾਨੀ ਰਿਹਾ ਇਹ ਫਰਕ। ਇਸ ਤੋਂ ਬਾਅਦ ਅਗਲੀ ਜੇ ਮੈਂ ਗੱਲ ਕਰਾਂ ਤਾਂ ਅੱਗੇ ਅਸੀਂ ਆਮ ਲੋਕਾਂ ਨਾਲ ਅੱਜ ਸਵੇਰੇ ਗੱਲਬਾਤ ਕੀਤੀ ਹੈ, ਇਸੇ ਵਿਸ਼ੇ ਤੇ ਗੱਲਬਾਤ ਕੀਤੀ ਹੈ। ਜੋ ਆਮ ਲੋਕਾਂ ਦੀ ਰਾਏ ਨਿਕਲ ਕੇ ਸਾਹਮਣੇ ਆਈ ਆ ਉਹ ਥੋੜਾ ਜਿਹਾ ਤੁਹਾਨੂੰ ਮੈਂ ਦੱਸਣਾ ਚਾਹੁੰਦਾ। ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਇਸ ਸਮੇਂ ਦੇ ਹਾਲਾਤਾਂ ਦੇ ਵਿੱਚ ਆਗੂਆਂ ਨੂੰ ਆਪਸੀ ਏਕਤਾ ਦਾ ਪ੍ਰਗਟਾਵਾ ਕਰਨਾ ਚਾਹੀਦਾ।
ਇਕੱਠੇ ਹੋ ਕੇ ਰਹਿਣਾ ਚਾਹੀਦਾ। ਇਸ ਤਰ੍ਹਾਂ ਦੀ ਕੋਈ ਕਾਰਵਾਈ ਨਾ ਕੀਤੀ ਜਾਵੇ ਜਿਹਦੇ ਕਰਕੇ ਸਰਕਾਰ ਦੇ ਮਨ ਦੇ ਵਿੱਚ ਇਹ ਖਦਸ਼ਾ ਪੈਦਾ ਹੋ ਜੇ ਕਿ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਹਜੇ ਮਨ ਮੁਟਾਵ ਉਸੇ ਤਰ੍ਹਾਂ ਹੀ ਹੈਗੇ ਆ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਸਾਡੇ ਵਖਰੇਵੇਂ ਹੋਏ ਗਏ ਆ, ਇਹਦੇ ਕੋਈ ਰੌਲਾ ਨਹੀਂ। ਪਹਿਲਾਂ ਤੋਂ ਅਸੀਂ ਵੱਖ-ਵੱਖ ਜਥੇਬੰਦੀਆਂ, ਇਹਦੇ 'ਚ ਕੋਈ ਰੌਲਾ ਨਹੀਂ। ਪਰ ਜਿਹੜਾ ਕੇਡਰ ਆ, ਜਿਹੜਾ ਆਮ ਲੋਕਾਂ ਦੀ ਗੱਲ ਕਰੀਏ, ਚਾਹੇ ਉਹ ਉਗਰਾਹਾਂ ਦਾ ਕੇਡਰ ਆ, ਚਾਹੇ ਉਹ ਕਿਸੇ ਹੋਰ ਜਥੇਬੰਦੀ ਦਾ ਕੇਡਰ ਆ, ਉਹ ਚਾਹੁੰਦਾ ਕਿ ਇਸ ਸਮੇਂ ਜਿਹੜੇ ਸੰਘਰਸ਼ ਦੇ ਵਿੱਚ ਜਿਸ ਮੋੜ ਤੇ ਅਸੀਂ ਖੜੇ ਆ, ਇੱਥੇ ਸਾਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਹੈ। ਇਸ ਸਮੇਂ ਕੋਈ ਅਸੀਂ ਇਦਾਂ ਦੀ ਗੱਲ ਨਾ ਕਰੀਏ ਜਿਹਦੇ ਕਰਕੇ ਸੰਘਰਸ਼ ਤੇ ਸਿੱਧਾ ਅਸਰ ਪਵੇ। ਤੁਹਾਨੂੰ ਕੋਈ ਲੱਗਦਾ ਵੀ ਅਸੀਂ ਕੋਈ ਇਸ ਤਰ੍ਹਾਂ ਦੀ ਗੱਲ ਕਰ ਰਹੇ ਹਾਂ ਜਿਹਦੇ ਮੈਂ ਮੇਰੀ ਗੱਲ ਨਹੀਂ ਕਰ ਰਿਹਾ, ਮੈਂ ਉਹਨਾਂ ਲੋਕਾਂ ਦੀ ਗੱਲ ਕਰ ਰਿਹਾ ਜਿਨ੍ਹਾਂ ਨਾਲ ਮੈਂ ਗੱਲ ਕਰਕੇ ਆਇਆ। ਅਸੀਂ ਸਾਡੀ ਸਪਸ਼ਟ ਪੋਜੀਸ਼ਨ ਹੈ, ਅਸੀਂ ਬੇਸ਼ੱਕ ਅੱਡਾਂ ਇੱਕ ਦੂਜੇ ਨਾਲੋਂ, ਪਰ ਇਸ ਸੰਘਰਸ਼ ਦੇ ਵਿੱਚ ਲੋਕਾਂ ਦੀਆਂ ਭਾਵਨਾਵਾਂ ਨੂੰ ਬੁੱਝਦੇ ਹੋਏ, ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਬੁੱਝਦੇ ਹੋਏ ਦਿੱਲੀ ਦੇ ਮੋਰਚੇ ਦੇ ਵਿੱਚ ਅਸੀਂ ਹਰ ਗੱਲ ਜਿਹੜੀ ਕਿ ਸਟੇਟ ਦੇ ਖਿਲਾਫ ਪਾਏਦਾਰ ਹੋਵੇ ਉਹ ਕਰਨ ਵਾਸਤੇ ਤਿਆਰ ਹਾਂ ਜੀ। ਇਕਜੁੱਟਤਾ ਹੈ ਸਾਡੇ ਵਿੱਚ। ਸਾਡੀ 5 ਤਰੀਕ ਦੀ ਮੀਟਿੰਗ ਦੇ ਵਿੱਚ ਜਿਹੜੀ ਸਾਰੀਆਂ ਜਥੇਬੰਦੀਆਂ ਦੀ ਪੋਜੀਸ਼ਨ ਸੀ, ਜੈਸ ਜਾਂ ਨੋ ਜੀ, ਬਿਲਕੁਲ ਉਹ ਤੇ ਸਾਰੇ ਖੜੇ ਆ, ਉਹ ਤੇ ਸਾਰੇ ਖੜਾਂਗੇ। ਇਹਦੇ ਤੇ ਸਾਡਾ ਕੋਈ ਬਖਰੇਵਾ ਨਹੀਂ ਹੈ ਜੀ। ਕਾਨੂੰਨਾਂ ਦੀ ਵਾਪਸੀ ਤੱਕ ਅਸੀਂ ਸਾਰੀਆਂ ਜਥੇਬੰਦੀਆਂ, ਭਾਵੇਂ ਕੋਈ ਛੋਟੀ ਆ ਭਾਵੇਂ ਕੋਈ ਵੱਡੀ, ਕਾਨੂੰਨਾਂ ਦੀ ਵਾਪਸੀ ਤੱਕ ਅਸੀਂ ਪੂਰੇ ਲੜਾਂਗੇ ਜੀ। ਜਿਹੜੇ ਉਹ 3 ਕਾਨੂੰਨ ਨੇ, ਇੱਕ ਬਿਜਲੀ ਬਿੱਲ ਹੈ, ਇੱਕ ਉਹ ਪ੍ਰਦੂਸ਼ਣ ਵਾਲਾ ਕਾਨੂੰਨ ਹੈ, ਤੇ MSP ਸਰਕਾਰੀ ਖਰੀਦ ਤੇ PDS ਵਾਲਾ ਲੀਗਲੀ ਅਥਾਰਟੀ ਬਣਾਉਣ ਦੀ ਗੱਲ। ਇਹ ਤੇ ਸਾਡੀਆਂ ਸਾਰੀਆਂ ਜਥੇਬੰਦੀਆਂ ਇਕਜੁੱਟ ਨੇ, ਪੋਜੀਸ਼ਨਾਂ ਦੇ ਵਿੱਚ ਕੋਈ ਫਰਕ ਨਹੀਂ ਪਿਆ ਜੀ। ਕੋਈ ਛੋਟੇ ਮੋਟੇ ਫਰਕ ਰਹਿ ਜਾਂਦੇ ਨੇ, ਕੋਈ ਨਹੀਂ, ਕਰ ਲਾਂਗੇ ਤੂੰ। ਉਸ ਤੋਂ ਬਾਅਦ ਜਿਹੜੀ ਅਗਲੀ ਗੱਲ ਹੈ ਕਿ ਹੁਣ ਜਿਹੜੀ ਮੀਟਿੰਗ ਦਾ ਜਿਹੜਾ ਅੱਜ ਦਾ ਸਮਾਂ ਦਿੱਤਾ ਹੋਇਆ ਸੀ, ਇਸ ਮੀਟਿੰਗ ਦੇ ਸੰਬੰਧੀ ਵੀ ਜਿਹੜਾ ਬੜਾ ਵੱਡਾ ਭੰਬਲ ਭੂਸਾ ਆਮ ਲੋਕਾਂ ਦੇ ਵਿੱਚ ਹੈ। ਚਾਹੇ ਸਾਰਾ ਕੇਡਰ ਇੱਥੇ ਇਕੱਠਾ ਹੋ ਕੇ ਬੈਠਾ ਹੈ, ਪਰ ਹਾਲੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਜਥੇਬੰਦੀਆਂ ਇਸ ਮੀਟਿੰਗ ਦਾ ਹਿੱਸਾ ਬਣ ਰਹੀਆਂ ਜਾਂ ਨਹੀਂ ਬਣ ਰਹੀਆਂ। ਉਹ ਵੀ ਸਪਸ਼ਟ ਕਰੋ। ਦੇਖੋ, ਅੱਜ ਦੀ ਮੀਟਿੰਗ ਨੂੰ ਇਹ ਕਹਿਣਾ ਵੀ ਕੱਲ ਨੂੰ ਮੀਟਿੰਗ ਨਹੀਂ ਹੋਊਗੀ, ਇਹ ਵੀ ਰਾਏ ਤੋਂ ਬਿਨਾਂ ਹੀ ਕੀਤਾ ਹੋਇਆ ਫੈਸਲਾ ਹੈ। ਇਹ ਚਲੋ ਉਹ ਕਹਿ ਕੇ ਆ ਗਏ, ਕਿਉਂਕਿ ਉਹਨਾਂ ਨੇ ਜੋ ਉੱਥੇ ਫੈਸਲਾ ਲੈ ਲਿਆ ਤੁਰਤ, ਉਹਨੂੰ ਅਸੀਂ ਇਹ ਕਹਿ ਕੇ ਲੰਘ ਕੇ ਜਾਈਏ ਵੀ ਅਸੀਂ ਤਾਂ ਜਾਵਾਂਗੇ ਜੇ ਤੁਸੀਂ ਨਹੀਂ ਆਉਂਦੇ। ਇਹ ਗੱਲ ਨਹੀਂ, ਅਸੀਂ ਰਹਿ ਨਾਲ ਹੀ, ਜੇ ਉਹਨਾਂ ਨੇ ਫੈਸਲਾ ਕਰ ਲਿਆ ਕੋਈ ਗੱਲ ਨਹੀਂ। ਤੁਹਾਡੇ ਕੋਲ ਸੁਨੇਹਾ ਆਇਆ ਵੀ ਮੀਟਿੰਗ ਤੇ ਨਹੀਂ ਜਾ ਰਹੇ? ਨਹੀਂ, ਅਜੇ ਤੱਕ ਕੋਈ ਸੁਨੇਹਾ ਨਹੀਂ, ਮੀਡੀਆ ਰਾਹੀਂ ਆਇਆ ਬਸ ਜੋ ਕੁਛ ਹੈ ਮੀਡੀਆ। ਕਿਉਂਕਿ ਆਮ ਲੋਕ ਪੁੱਛ ਰਹੇ ਆ, ਕਿਉਂਕਿ ਵਾਰ-ਵਾਰ ਮੀਡੀਆ ਦੇ ਹੋਣ ਦੇ ਨਾਤੇ, ਮੀਡੀਆ ਨਾਲ ਸੰਬੰਧਿਤ ਹੋਣ ਦੇ ਨਾਤੇ ਅਸੀਂ ਇਕੱਠ ਦੇ ਵਿੱਚੋਂ ਲੰਘ ਕੇ ਆਏ ਆ। ਸਾਰਾ ਇਕੱਠ ਸਾਨੂੰ ਰੋਕ ਕੇ ਪੁੱਛ ਰਿਹਾ ਕਿ ਅੱਜ ਦੀ ਮੀਟਿੰਗ ਹੋ ਰਹੀ ਆ ਨਹੀਂ ਹੋ ਰਹੀ ਆ। ਸੋ ਮੈਂ ਸਮਝਦਾ ਕਿ ਇਹ ਘੱਟੋ ਘੱਟ ਕੇਡਰ ਨੂੰ ਤਾਂ ਸਪਸ਼ਟਤਾ ਜ਼ਰੂਰ ਹੋਣੀ ਚਾਹੀਦੀ ਹੈ, ਜਿਹੜਾ ਹੇਠਲੇ ਪੱਧਰ ਤੇ ਇਸ ਸੰਘਰਸ਼ ਨਾਲ ਧਰਤੀ ਦੇ ਨਾਲ ਜੁੜਿਆ ਹੋਇਆ, ਉਸ ਕੇਡਰ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਕਿ ਇਹ ਮੀਟਿੰਗ ਹੋ ਰਹੀ ਆ। ਜੇ ਨਹੀਂ ਹੋ ਰਹੀ ਤਾਂ ਕਿਉਂ ਨਹੀਂ ਹੋ ਰਹੀ? ਮੈਨੂੰ ਲੱਗਦਾ ਮੀਡੀਆ ਰਾਹੀਂ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਮੀਟਿੰਗ ਅੱਜ ਨਹੀਂ ਹੋ ਰਹੀ ਜੀ। ਇਹਦੇ 'ਚ ਤਾਂ ਕੋਈ ਰੌਲਾ ਨਹੀਂ, ਪਰ ਇਹ ਉਹ ਪ੍ਰਪੋਜ਼ਲ, ਕਿਉਂਕਿ ਅਸੀਂ ਨੇ ਪ੍ਰਪੋਜ਼ਲ ਮੰਗੀ ਸੀ ਉਹਨਾਂ ਤੋਂ, ਪ੍ਰਪੋਜ਼ਲ ਆਉਣੀ ਚਾਹੀਦੀ ਸੀ 7 ਤਰੀਕ ਦੀ ਸ਼ਾਮ ਨੂੰ। 8 ਤਰੀਕ ਸਾਡੇ ਕੋਲ ਬਹਿਸ ਦੀ, ਕੱਲ ਦਾ ਦਿਨ ਅਸੀਂ ਪ੍ਰਪੋਜ਼ਲ ਤੇ ਬਹਿਸ ਕਰਨੀ ਸੀ ਜੀ। ਉਹ ਚਰਚਾ ਹੈ, ਉਹ ਕਿਵੇਂ ਲੇਟ ਹੋ ਗਈ, ਉਹ ਜਿਵੇਂ ਮੀਡੀਆ ਰਾਹੀਂ ਪਤਾ ਲੱਗੇ ਪ੍ਰਪੋਜ਼ਲ ਅੱਜ ਆ ਰਹੀ ਹੈ, ਉਹ ਤੇ ਚਰਚਾ ਹੋ ਕੇ ਕੱਲ ਨੂੰ ਸੀਟਿੰਗ ਹੋ ਜੂਗੀ। ਇੱਕ ਹੋਰ ਜਿਹੜਾ ਸਵਾਲ ਹੈ, ਕਿਉਂਕਿ ਕਿਤੇ ਨਾ ਕਿਤੇ ਕਿਆਸਾਈਆਂ ਇਹ ਲਗਾਈਆਂ ਜਾ ਰਹੀਆਂ ਕਿ ਕੇਂਦਰ ਦੀ ਸਰਕਾਰ ਵੱਲੋਂ ਇੱਕ ਪੱਤਾ ਸਿੱਟਿਆ ਗਿਆ, ਕੱਲ ਵਾਲੀ ਜਿਹੜੀ ਕਾਲ ਕੀਤੀ ਗਈ, ਉਹ ਇੱਕ ਪੱਤਾ ਸਿੱਟਿਆ ਗਿਆ ਦੇਖਣ ਵਾਸਤੇ ਕਿ ਜਥੇਬੰਦੀਆਂ ਦੇ ਵਿੱਚ ਇਕਾਗਰਤਾ ਕਿੰਨੀ ਆ, ਏਕਾ ਕਿੰਨਾ ਕਾ। ਤੁਹਾਨੂੰ ਕੀ ਲੱਗਦਾ ਕਿ ਵਾਕਈ ਇੱਕ ਚਾਲ ਸੀ ਜਾਂ ਇੱਕ ਉਹਦਾ ਹਿੱਸਾ ਸੀ? ਦੇਖੋ, ਹਕੂਮਤ ਨੇ ਸਾਰੀਆਂ ਖੇਡਾਂ ਖੇਡਣੀਆਂ ਹੁੰਦੀਆਂ, ਵਿੱਚੋਂ ਪਾੜਨਾ ਵੀ ਹੁੰਦਾ, ਡਰਾਉਣਾ ਵੀ ਹੁੰਦਾ, ਧਮਕਾਉਣਾ ਵੀ ਹੁੰਦਾ, ਪਰਚੇ ਵੀ ਪਾਉਣੇ ਹੁੰਦੇ ਨੇ, ਕਈ ਕਿਸਮ ਦੀਆਂ ਗੱਲਾਂ ਕਰਦੇ ਹੁੰਦੇ ਆ। ਉਹ ਉਹਨਾਂ ਦੀ ਖੇਡ ਹੈ, ਅਸੀਂ ਨੇ ਬੁੱਝਣਾ ਤਾਂ ਉਹਦਾ ਦਾਅ ਹੈ। ਦੋ ਪਹਿਲਵਾਨ ਲੜਦੇ ਨੇ, ਆਪਦਾ ਦਾਅ ਹਰ ਇੱਕ ਨੂੰ ਮਾਰਨ ਦਾ ਅਧਿਕਾਰ ਹੈ। ਉਹਨੇ ਆਪਦਾ ਦਾਅ ਮਾਰਨਾ, ਅਸੀਂ ਦਾਅ ਨੂੰ ਬੁੱਝਣਾ ਹੁੰਦਾ। ਇਹ ਅਸੀਂ ਬੁੱਝ ਕੇ ਚੱਲ ਰਹੇ ਹਾਂ। ਦੂਜੇ ਕਿਤੇ ਮਾੜਾ ਮੋਟਾ ਜੇ ਫਰਕ ਰਹਿੰਦਾ ਉਹਨਾਂ ਨੂੰ ਦੱਸ ਦੇਣਾ ਵੀ ਆਹ ਦਾਅ ਹੈ ਭਾਈ, ਇੱਥੋਂ ਬਚ ਕੇ ਚਲੋ, ਕੋਈ ਗੱਲ ਨਹੀਂ। ਐਡਾ ਵੱਡਾ ਘੋਲਾ, ਇੰਨੀਆਂ ਜਥੇਬੰਦੀਆਂ ਨੇ, ਵਿੱਚ ਨਾ ਵਿੱਚ ਫਰਕ ਰਹਿ ਜਾਂਦਾ, ਅਸੀਂ ਇਹਨੂੰ ਕੱਢ ਲਾਂਗੇ। ਚਿੰਤਾ ਨਾ ਕਰੋ ਤੁਸੀਂ, ਚਿੰਤਾ ਕਰਨ ਵਾਲੀ ਕੋਈ ਗੱਲ ਜੀ। ਇੱਕ ਹੋਰ ਜਿਹੜਾ ਆਖਰੀ ਸਵਾਲ ਤੁਹਾਨੂੰ ਮੈਂ ਕਰਨਾ ਚਾਹੁੰਦਾ, ਤੁਹਾਨੂੰ ਕੀ ਲੱਗਦਾ ਕਿ ਜਿਹੜਾ ਜਿਵੇਂ ਤੁਸੀਂ ਘੋਲ ਦੀ ਗੱਲ ਕੀਤੀ ਹੈ, ਤੇ ਘੋਲ ਦੇ ਵਿੱਚ ਜਿਹੜਾ ਕੇਂਦਰ ਸਰਕਾਰ ਵੱਲੋਂ ਦਾਅ ਖੇਡਿਆ ਗਿਆ, ਉਹ ਕਾਮਯਾਬ ਹੋਇਆ ਦਾਅ 'ਚ? ਦੇਖੋ, ਕਾਮਯਾਬ ਕਰਨ ਦੇ ਵਿੱਚ ਉਹ ਇੰਨਾ ਕਰਨ 'ਚ ਤਾਂ ਕਾਮਯਾਬ ਹੋ ਗਏ ਵੀ ਅਸੀਂ ਉਹਨਾਂ ਨੂੰ ਸੱਦ ਲਿਆ, ਪਰ ਘੋਲ ਨੂੰ ਉਹ ਸਮ ਅਪ ਕਰਕੇ ਕੋਈ ਇਹੋ ਜਿਹੀ ਅਥਾਰਟੀ ਕੋਈ ਇਸ ਤਰ੍ਹਾਂ ਦਾ ਫੈਸਲਾ ਲੈ ਲੈਣ ਦੇ ਵਿੱਚ ਆਪਣਾ ਗੁੰਮਰਾਹ ਕਰਨ 'ਚ ਕਾਮਯਾਬ ਹੋ ਜਾਣ, ਉਹ ਮਨਸੂਬੇ ਦੇ ਤਾਂ ਬਚ ਕੇ ਆਏ ਆ। ਚਲ, ਇਹਦਾ ਚੰਗੀ ਗੱਲ ਹੈ। ਅੱਗੇ ਨੂੰ ਤਾਂ ਸਗੋਂ ਹੋਰ ਚੌਕਸ ਹੋਣ ਦੀ ਲੋੜ ਹੈ।
ਇਹ ਘੋਲ ਮੋੜ ਤੇ ਹੈ, ਸਿਖਰ ਤੇ ਹੈ, ਪੈਰ ਬੋਚ ਕੇ ਧਰਨ ਦੀ ਲੋੜ ਹੈ। ਸਾਡੀ ਸਾਰਿਆਂ ਦੀ ਲੋੜ ਹੈ। ਇਹੀ ਸਾਡੇ ਹਿੱਤ 'ਚ ਹੋਊ, ਇਹੀ ਪੰਜਾਬ ਦੇ ਲੋਕਾਂ ਦੇ ਹਿੱਤ 'ਚ ਹੋਊ, ਇਹ ਤੁਹਾਡੀਆਂ ਮੀਡੀਆ ਵਾਲਿਆਂ ਦੀਆਂ ਭਾਵਨਾਵਾਂ ਦੀ ਵੀ ਹਿੱਤ 'ਚ ਹੋਊਗਾ। ਇਹਦੇ ਨਾਲ ਅਸਲ 'ਚ ਇਹ ਹੈ ਵੀ ਜਿਹੜਾ ਹੁਣ ਜਿੱਥੇ ਜਿਹੜੀ ਹੁਣ ਮੂਵ ਬਣੀ ਹੋਈ ਆ ਪੰਜਾਬ 'ਚ, ਜਿਵੇਂ ਕੱਲ੍ਹ ਤੁਸੀਂ ਦੇਖਿਆ ਹੋਣਾ ਵੀ ਸੱਦਾ ਤਾਂ ਇਹ ਤਕਰੀਬਨ ਐ ਸੀਗਾ ਵੀ ਉੱਤਰੀ ਭਾਰਤ 'ਚ ਬੰਦ ਹੋਊ, ਸਾਡੀ ਤਾਂ ਭਾਵਨਾ ਸੀ ਜੀ, ਪਰ ਇਹ ਆਲ ਇੰਡੀਆ ਦੇ ਵਿੱਚ ਇਹਨੂੰ ਭਰਮਾ ਹੰਗਾਰਾ ਮਿਲ ਗਿਆ ਜੀ। ਅਸੀਂ ਇੱਥੇ ਮੋਰਚਿਆਂ 'ਚ ਬੈਠੇ ਹਾਂ, ਪੰਜਾਬ ਦੇ ਵਿੱਚ ਕਿੱਡੇ ਵੱਡੇ ਵੱਡੇ ਇਕੱਠ ਹੋ ਗਏ, ਯਾਨੀ ਮੂਵ ਬਣੀ ਹੋਈ ਹੈ, ਲੋਕਾਂ ਦੀ ਲੋੜ ਹੈ। ਇਹਨਾਂ ਨਾਲ ਖਿਲਾਵਟ ਨਾ ਹੋ ਜਾਏ, ਇਹ ਤੋਂ ਅਸੀਂ ਬਚ ਕੇ ਚੱਲਾਂਗੇ। ਤੁਸੀਂ ਫਿਕਰ ਨਾ ਕਰੋ, ਜਿੱਤ ਕੇ ਜਾਵਾਂਗੇ। ਪਿਛਲੇ ਦਿਨਾਂ 'ਚ ਭਰਾਤਰੀ ਜਥੇਬੰਦੀਆਂ ਨੇ ਕੋਈ ਸਾਡੇ ਚੈਨਲ ਰਾਹੀਂ ਜਾਂ ਕੋਈ ਮੈਸੇਜ ਜਾਂ ਕੋਈ ਸੁਨੇਹਾ ਆਪਦੇ ਵੱਲੋਂ ਨਿੱਜੀ ਤੌਰ ਤੇ ਦੇਣਾ ਚਾਹੁੰਦੇ? ਮੇਰਾ ਸੁਨੇਹਾ ਹੈ ਸਾਡੇ ਵੀਰਾਂ ਨੂੰ, ਸਾਡੇ ਵੱਡਿਆਂ ਵੀਰਾਂ ਨੂੰ, ਸਾਡੇ ਛੋਟਿਆਂ ਵੀਰਾਂ ਨੂੰ ਵੀ ਯਾਰ ਲੜ ਲਾਂਗੇ ਆਪਾਂ ਬਾਅਦ 'ਚ, ਜੇ ਕੋਈ ਫਰਕ ਤਰਕ ਰਹੇਗਾ। ਅੱਜ ਨਾ ਕੋਈ ਕਿਸੇ ਦੇ ਖਿਲਾਫ ਮੂੰਹ ਖੋਲਣ ਦੀ ਲੋੜ ਨਹੀਂ। ਇਹਦਾ ਬਚਾਅ ਰੱਖੋ। ਇਹੀ ਆਪਣੇ ਪੱਖ 'ਚ ਹੈ ਤੇ ਹਕੂਮਤ ਦੇ ਵਿਰੋਧ 'ਚ। ਸਾਡੀ ਇਕਜੁੱਟਤਾ, ਇਕਮੁੱਠਤਾ ਹੀ ਇਹ ਘੋਲ ਨੂੰ ਸਿਖਰ ਤੇ ਲੈ ਕੇ ਜਾਊਗੀ, ਜਿੱਤ ਤੱਕ ਲੈ ਕੇ ਜਾਊ। ਇਹਦਾ ਅਸਰ ਪੈਣਾ ਹੈ, ਇਹਦੇ ਫਾਇਦੇ ਸਾਰੀਆਂ ਜਥੇਬੰਦੀਆਂ ਨੂੰ ਹੋਣੇ ਨੇ, ਸਾਰੀਆਂ ਸੰਸਥਾਵਾਂ ਨੂੰ ਹੋਣੇ ਨੇ, ਸਾਰੇ ਪੰਜਾਬ ਦੇ ਲੋਕਾਂ ਨੂੰ ਨਹੀਂ, ਸਾਰੇ ਹਿੰਦੁਸਤਾਨ ਦੇ ਲੋਕਾਂ ਨੂੰ ਹੋਣੇ ਨੇ। ਹਿੰਦੁਸਤਾਨ ਦੀ ਸਾਰੀ ਕਿਸਾਨ ਲਹਿਰ ਦੀ ਅਗਵਾਈ ਪੰਜਾਬ ਦੀ ਮੂਵਮੈਂਟ ਕਰ ਰਹੀ ਹੈ। ਇਹਨੂੰ ਧਿਆਨ 'ਚ ਰੱਖ ਕੇ ਚੱਲੋ, ਇਹਦਾ ਫਾਇਦਾ। ਸੋ ਇਹ ਸਨ ਜੋਗਿੰਦਰ ਸਿੰਘ ਉਗਰਾਹਾਂ, ਜੋ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੂੰ ਅਗਵਾਈ ਦੇ ਰਹੇ ਨੇ, ਅਗਵਾਈ ਕਰ ਰਹੇ ਨੇ। ਉਹਨਾਂ ਵੱਲੋਂ ਕਿਹਾ ਗਿਆ ਕਿ ਕਿਸੇ ਕਿਸਮ ਦਾ ਕੋਈ ਵਖਰੇਵਾਂ ਉਹਨਾਂ ਦੇ ਮਨ ਦੇ ਵਿੱਚ ਜਾਂ ਹੋਰ ਕਿਸੇ ਵੀ ਜਥੇਬੰਦੀ ਦੇ ਮਨ ਦੇ ਵਿੱਚ ਨਹੀਂ ਆ। ਇਸ ਸੰਘਰਸ਼ ਨੂੰ ਏਕੇ ਤੇ ਆ ਲਗਾਤਾਰ ਮੀਟਿੰਗਾਂ ਦਾ ਦੌਰ ਹੈ ਜਿਹੜਾ ਕੇਂਦਰ ਦੀ ਸਰਕਾਰ ਨਾਲ ਜਾਰੀ ਹੈ, ਤੇ ਇਹਨਾਂ ਮੀਟਿੰਗਾਂ ਦੇ ਦੌਰਾਨ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਕੱਲ ਸ਼ਾਮ ਨੂੰ ਲਾਈਵ ਹੁੰਦੇ ਆ, ਲਾਈਵ ਹੋ ਕੇ ਬਿਆਨ ਦਿੰਦੇ ਆ। ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਨੂੰ ਅਜਿਹੀ ਕਿਹੜੀ ਲੋੜ ਪਈ ਕਿ ਉਹਨਾਂ ਨੂੰ ਲਾਈਵ ਹੋਣਾ ਪਿਆ, ਕੀ ਉਹ ਹਾਲਾਤ ਸਨ, ਕੀ ਉਹ ਪੂਰੀ ਸਮੱਸਿਆ ਸੀ, ਕੀ ਕਾਰਨ ਸੀ। ਸਵਾਗਤ ਹੈ ਜੀ ਤੁਹਾਡਾ ਇੰਡੋਜ਼ ਟੀਵੀ ਆਸਟ੍ਰੇਲੀਆ ਤੇ। ਪ੍ਰਧਾਨ ਜੀ, ਤੁਹਾਨੂੰ ਜਿਹੜਾ ਸ਼ਾਮ ਦਾ ਘਟਨਾਕ੍ਰਮ ਵਾਪਰਿਆ, ਉਸ ਘਟਨਾਕ੍ਰਮ ਤੋਂ ਬਾਅਦ ਸ਼ਾਮ ਨੂੰ ਤੁਸੀਂ ਆਪਣੇ ਮਤਲਬ ਏਕਤਾ ਉਗਰਾਹਾਂ ਦੇ ਪੇਜ ਤੋਂ, ਫੇਸਬੁੱਕ ਪੇਜ ਤੋਂ ਤੁਸੀਂ ਲਾਈਵ ਹੁੰਦੇ ਹੋ। ਲਾਈਵ ਹੋ ਕੇ ਤੁਸੀਂ ਆਪਣਾ ਜਿਹੜਾ ਰੋਸ ਆ ਉਹ ਪ੍ਰਗਟ ਕਰਦੇ ਹੋ। ਉਹ ਪੂਰਾ ਕਾਰਨ ਦੱਸੋ ਕਿ ਕੀ ਕਾਰਨ ਸੀ, ਕਿਹਨਾਂ ਕਾਰਨਾਂ ਕਰਕੇ ਤੁਹਾਨੂੰ ਲਾਈਵ ਹੋਣਾ ਪਿਆ, ਤੇ ਉਹ ਪੂਰਾ ਮਾਮਲਾ ਕੀ ਸੀ? ਅਸਲ ਜਦੋਂ ਅਸੀਂ ਇੱਧਰੋਂ ਸਟੇਜ ਖਤਮ ਕੀਤੀ, ਮੈਂ ਸਟੇਜ ਤੋਂ ਬੋਲ ਕੇ ਆਇਆ, ਉਦੋਂ ਚੈਨਲਾਂ ਵਾਲਿਆਂ ਦੇ ਮੈਨੂੰ ਧੜੇ ਸਵਾਲ ਸੀ ਵੀ ਅਮਿਤ ਸ਼ਾਹ ਜੀ ਨੇ ਮੀਟਿੰਗ ਸੱਦ ਲਈ, ਤੁਸੀਂ ਜਾ ਰਹੇ ਹੋ। ਜਾਨੀ ਮੈਂ ਸੁਣ ਕੇ ਹੈਰਾਨ ਸੀ ਵੀ ਅਮਿਤ ਸ਼ਾਹ ਦੀ ਮੀਟਿੰਗ ਦਾ ਕੀ ਅਰਥ ਹੈ ਅੱਜ, ਕਿਉਂਕਿ ਮੀਟਿੰਗ ਤਾਂ ਕੱਲ ਨੂੰ 9 ਤਰੀਕ ਦੀ ਰੱਖੀ ਹੋਈ ਹੈ, ਤੇ ਅੱਜ ਸ਼ਾਮ ਨੂੰ 7 ਵਜੇ ਮੀਟਿੰਗ ਹੈ ਅਮਿਤ ਸ਼ਾਹ ਦੀ। ਜਾਨੀ ਮੇਰੀ ਗੱਲ ਸਮਝ ਤੋਂ ਬਾਹਰ ਸੀ ਜੀ। ਜਦੋਂ ਉਹਨਾਂ ਨੇ ਸਵਾਲ ਵਾਰ-ਵਾਰ ਕੀਤੇ ਤਾਂ ਮੈਂ ਫੋਨ ਲਾ ਕੇ ਜਥੇਬੰਦੀਆਂ ਨੂੰ ਪੁੱਛਿਆ ਵੀ ਜੋ ਆ ਚਰਚਾ ਮੈਂ ਸੁਣ ਰਿਹਾ ਚੈਨਲਾਂ ਤੇ, ਕੀ ਇਹ ਸੱਚ ਹੈ? ਤਾਂ ਉਧਰੋਂ ਕਿਹਾ ਵੀ ਠੀਕ ਹੈ ਜੀ, ਮੀਟਿੰਗ ਤਾਂ ਹੈ ਪਰ ਤੁਹਾਨੂੰ ਨਹੀਂ ਸੱਦਿਆ ਜੀ। ਮੈਂ ਕਿਹਾ ਵੀ ਨਹੀਂ, ਸਾਨੂੰ ਕੋਈ ਇਨਫੋਰਮੇਸ਼ਨ ਨਹੀਂ। ਇੰਨੀ ਗੱਲ ਹੈ ਵੀ ਠੀਕ ਹੈ ਜਾਵਾਂਗੇ ਤੇ ਹੈਗੇ, ਵੀ ਜਵਾਬ ਦੇ ਕੇ ਮੁੜਾਵਾਂਗੇ। ਯਾਨੀ ਮੈਨੂੰ ਇਹ ਲੱਗਿਆ ਵੀ ਇਹ ਠੀਕ ਨਹੀਂ ਹੈ। ਫਿਰ ਜਿਹੜੇ ਬਾਹਰੋਂ ਫੋਨ ਆਉਂਦੇ ਸੀ, ਲੋਕਾਂ ਦੇ ਫੋਨ ਆਉਂਦੇ ਸੀ ਜਿਨ੍ਹਾਂ ਦੇ ਨਾਲ ਸਾਡੇ ਸੰਬੰਧ ਨੇ, ਲੜ ਰਹੇ ਆ ਜੀ, ਉਹਨਾਂ ਲੋਕਾਂ ਦੇ ਖਾਸੇ ਸੀ ਵੀ ਇਸ ਤਰ੍ਹਾਂ ਅੱਜ ਮੀਟਿੰਗ ਜਾਣ ਦਾ ਤੇ ਕੱਲ ਦੀ ਮੀਟਿੰਗ ਦਾ ਜਾਨੀ ਵੀ ਇਹ ਅਰਥ ਕੀ ਹੈ, ਕਿਉਂਕਿ ਜਿੰਨੇ ਫੋਨ ਆ ਰਹੇ ਸੀ ਪਿੱਛੋਂ, ਉਸ ਹਾਲਤ 'ਚ ਮੈਨੂੰ ਲਾਈਵ ਹੋ ਕੇ ਆਪਣਾ ਪੱਖ ਤੇ ਸਾਥੀਆਂ ਤੋਂ ਜਿਹੜੀ ਇਹ ਕੋਈ ਫਰਕ ਰਿਹਾ ਛੋਟਾ ਮੋਟਾ, ਉਹਦੇ ਬਾਰੇ ਜ਼ਰੂਰ ਸਾਥੀਆਂ ਨੂੰ ਵੀ ਕਹਿਣਾ ਪਿਆ ਤੇ ਪਿੱਛੇ ਵੀ ਦੱਸਣ ਵਾਸਤੇ ਲਾਈਵ ਹੋਣਾ ਪਿਆ ਮੈਨੂੰ ਕਿ ਇਹ ਮੋੜ ਹੈ ਜਿਹੜਾ ਜਦੋਂ ਘੋਲ ਪੀਕ ਤੇ ਹੈ। ਹੁਣ ਇਸ ਵੇਲੇ ਅਸੀਂ ਕੂਹਣੀ ਮੋੜ ਤੇ ਖੜੇ ਹਾਂ। ਕੂਹਣੀ ਮੋੜ ਇਹੋ ਜਿਹਾ ਖਤਰਨਾਕ ਹੁੰਦਾ, ਜੇ ਸੰਭਲ ਕੇ ਨਾ ਚੱਲਾਂਗੇ ਤਾਂ ਐਕਸੀਡੈਂਟ ਦੇ ਖਤਰੇ ਹੁੰਦੇ। ਪ੍ਰਧਾਨ ਜੀ, ਜਿਵੇਂ ਤੁਸੀਂ ਕਿਹਾ ਵੀ ਜਿਹੜਾ ਇਸ ਸਮੇਂ ਸੰਘਰਸ਼ ਹੈ ਉਹ ਬਹੁਤ ਪੀਕ ਤੇ ਆ, ਤੇ ਇਸ ਸੰਘਰਸ਼ ਦੀ ਜਿਹੜੀ ਕਿਤੇ ਨਾ ਕਿਤੇ ਨਾਜ਼ੁਕ ਮੋੜ ਵੀ ਹੈਗਾ, ਕਿਉਂਕਿ ਜੇ ਕਿਤੇ ਆਪਾਂ ਕਿਸੇ ਤਰ੍ਹਾਂ ਦਾ ਕੋਈ ਲੂਪ ਹੋਲ ਸਰਕਾਰਾਂ ਦੇ ਸਾਹਮਣੇ ਪੇਸ਼ ਕਰਦੇ ਆ
ਜਿਸ ਤਰੀਕੇ ਨਾਲ ਤੁਸੀਂ ਲਾਈਵ ਹੁੰਦੇ ਹੋ, ਲਾਈਵ ਤੋਂ ਬਾਅਦ ਕਿਤੇ ਨਾ ਕਿਤੇ ਸਰਕਾਰ ਵੱਲ ਜਿਹੜੀ ਇਹ ਗੱਲ ਉਹਨਾਂ ਨੂੰ ਪੇਸ਼ ਹੋਈ ਹੈ ਕਿ ਜਿਹੜੀ ਆਪਸੀ ਤਾਲਮੇਲ ਦੀ ਘਾਟ 31 ਜਥੇਬੰਦੀਆਂ ਦੇ ਵਿੱਚ ਹੈ। ਕੀ ਤੁਸੀਂ ਸਮਝਦੇ ਹੋ ਕਿ ਇਹ ਤਾਲਮੇਲ ਦੀ ਘਾਟ ਸੀ ਜਾਂ ਜਾਣਬੁੱਝ ਕੇ ਇਦਾਂ ਕੀਤਾ ਗਿਆ? ਦੇਖੋ, ਮੈਂ ਜਾਣਬੁੱਝ ਕੇ ਤੈਨੂੰ ਕਹਿ ਸਕਦਾ ਇੱਕ ਤਾਲਮੇਲ ਦੀ ਫਰਕ ਤਾਂ ਰਹੇ ਨੇ ਵੀ ਉਹ ਕਿੱਥੋਂ ਰਹਿ ਗਏ। ਨਹੀਂ, ਇੱਕ ਜਿਹੜਾ ਪ੍ਰੋਸੀਜਰ ਹੈ, ਕੋਈ ਮੀਟਿੰਗ ਹੁੰਦੀ ਆ ਸਰਕਾਰ ਵੱਲੋਂ, ਕੋਈ ਮੀਟਿੰਗ ਦਿੱਤੀ ਜਾਂਦੀ ਹੈ, ਚਾਹੇ ਉਹ ਖੇਤੀਬਾੜੀ ਮੰਤਰੀ ਹੈ, ਚਾਹੇ ਉਹ ਕੋਈ ਹੋਰ ਨੁਮਾਇੰਦਾ ਹੈ, ਜਾਂ ਜਿਵੇਂ ਕੱਲ ਦੀ ਮੀਟਿੰਗ ਅਮਿਤ ਸ਼ਾਹ ਵੱਲੋਂ ਕਾਲ ਕੀਤੀ ਗਈ, ਉਹਦਾ ਪ੍ਰੋਸੀਜਰ ਕੀ ਹੁੰਦਾ ਕਾਲ ਦਾ? ਕਿਸ ਤਰੀਕੇ ਨਾਲ ਕਾਲ ਕੀਤੀ ਜਾਂਦੀ ਹੈ ਕਿ ਉਹ ਜਿਹੜੀ ਹਰੇਕ ਮੈਂਬਰ ਨੂੰ ਜਾਂ ਹਰੇਕ ਆਗੂ ਨੂੰ ਅਲੱਗ-ਅਲੱਗ ਤੌਰ ਤੇ ਜਿਹੜਾ ਸੰਦੇਸ਼ਾ ਭੇਜਿਆ ਜਾਂਦਾ, ਸੱਦਾ ਭੇਜਿਆ ਜਾਂਦਾ, ਪ੍ਰੋਸੀਜਰ ਆ ਉਹ ਦੱਸੋ ਥੋੜਾ। ਇਸ ਤਰ੍ਹਾਂ ਜਿਹੜੀ ਕੋਈ ਵਿਚੋਲਾ ਧਿਰ ਹੁੰਦੀ ਹੈ ਕਿਤੇ ਮੰਤਰੀ ਨਾਲ ਗੱਲ ਕਰਾਉਣ ਦੀ, ਹਾਂਜੀ, ਉਹਨੇ ਭਾਵੇਂ ਕਿਸੇ ਇੱਕ ਜਥੇਬੰਦੀ ਦੇ ਆਗੂ ਨਾਲ ਗੱਲ ਕਰ ਲਈ ਵੀ ਜੀ ਤੁਹਾਡੇ ਨਾਲ ਅਮਿਤ ਸ਼ਾਹ ਜਾਂ ਰਾਜਨਾਥ ਗੱਲ ਕਰਨਾ ਚਾਹੁੰਦਾ, ਇਹਦਾ ਤਰੀਕਾਕਾਰ ਇਹ ਹੈ ਵੀ ਉਸ ਦਾ ਆਗੂ ਦਾ ਇਹ ਫਰਜ਼ ਹੈ ਕਿ ਜਾਂ ਤਾਂ ਗੱਲ ਕਰਨੀ ਹੈ ਸਾਡੇ ਸਾਰਿਆਂ ਨਾਲ ਕਰੋ, ਨਹੀਂ ਮੈਂ ਸਾਰੇ ਆਗੂਆਂ ਨੂੰ ਜੇ ਮੀਟਿੰਗ ਦੇ ਸੱਦਾ ਕੋਈ ਆਉਂਦਾ ਹੈ ਤਾਂ ਸਾਰੀਆਂ ਜਥੇਬੰਦੀਆਂ ਨੂੰ ਆਗੂ ਮੇਰੀ ਜ਼ਿੰਮੇਵਾਰੀ ਬਣਦੀ ਹੈ। ਜੇ ਮੈਨੂੰ ਲੱਗਦਾ ਹੋਵੇ ਸਾਨੂੰ ਮੀਟਿੰਗ ਕਰਨੀ ਚਾਹੀਦੀ ਹੈ ਤੇ ਮੈਂ ਉਹਨਾਂ ਨੂੰ ਕਨਫਰਮ ਕਰਾਂ ਵੀ ਮੈਨੂੰ ਆਇਆ ਸੀ, ਤੁਹਾਨੂੰ ਆਇਆ ਕਿ ਨਹੀਂ ਆਇਆ, ਜਾਣਾ ਕਿ ਨਹੀਂ ਜਾਣਾ। ਇਹ ਤਾਲਮੇਲ ਸਾਡਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ। ਤੁਹਾਨੂੰ ਲੱਗਦਾ ਵੀ ਤਾਲਮੇਲ ਦੀ ਕਮੀ ਹੋਈ ਹੈ, ਇਹ ਤਾਲਮੇਲ ਦੀ ਘਾਟ ਹੈ? ਫਰਕ ਰਿਹਾ ਇਹ, ਆਪਾਂ ਬਹੁਤਾ ਨਾ ਇਹਤੇ ਕਮੈਂਟ ਕਰੀਏ। ਜੀ ਜੀ, ਫਰਕ ਰਿਹਾ, ਕੋਈ ਬੇਈਮਾਨੀ ਚੋਂ ਨਹੀਂ ਜਾਨੀ ਰਿਹਾ ਇਹ ਫਰਕ। ਇਸ ਤੋਂ ਬਾਅਦ ਅਗਲੀ ਜੇ ਮੈਂ ਗੱਲ ਕਰਾਂ ਤਾਂ ਅੱਗੇ ਅਸੀਂ ਆਮ ਲੋਕਾਂ ਨਾਲ ਅੱਜ ਸਵੇਰੇ ਗੱਲਬਾਤ ਕੀਤੀ ਹੈ, ਇਸੇ ਵਿਸ਼ੇ ਤੇ ਗੱਲਬਾਤ ਕੀਤੀ ਹੈ। ਜੋ ਆਮ ਲੋਕਾਂ ਦੀ ਰਾਏ ਨਿਕਲ ਕੇ ਸਾਹਮਣੇ ਆਈ ਆ ਉਹ ਥੋੜਾ ਜਿਹਾ ਤੁਹਾਨੂੰ ਮੈਂ ਦੱਸਣਾ ਚਾਹੁੰਦਾ। ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਇਸ ਸਮੇਂ ਦੇ ਹਾਲਾਤਾਂ ਦੇ ਵਿੱਚ ਆਗੂਆਂ ਨੂੰ ਆਪਸੀ ਏਕਤਾ ਦਾ ਪ੍ਰਗਟਾਵਾ ਕਰਨਾ ਚਾਹੀਦਾ, ਇਕੱਠੇ ਹੋ ਕੇ ਰਹਿਣਾ ਚਾਹੀਦਾ। ਇਸ ਤਰ੍ਹਾਂ ਦੀ ਕੋਈ ਕਾਰਵਾਈ ਨਾ ਕੀਤੀ ਜਾਵੇ ਜਿਹਦੇ ਕਰਕੇ ਸਰਕਾਰ ਦੇ ਮਨ ਦੇ ਵਿੱਚ ਇਹ ਖਦਸ਼ਾ ਪੈਦਾ ਹੋ ਜੇ ਕਿ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਹਜੇ ਮਨ ਮੁਟਾਵ ਉਸੇ ਤਰ੍ਹਾਂ ਹੀ ਹੈਗੇ ਆ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਸਾਡੇ ਵਖਰੇਵੇਂ ਹੋਏ ਗਏ ਆ, ਇਹਦੇ ਕੋਈ ਰੌਲਾ ਨਹੀਂ। ਪਹਿਲਾਂ ਤੋਂ ਅਸੀਂ ਵੱਖ-ਵੱਖ ਜਥੇਬੰਦੀਆਂ, ਇਹਦੇ 'ਚ ਕੋਈ ਰੌਲਾ ਨਹੀਂ। ਪਰ ਜਿਹੜਾ ਕੇਡਰ ਆ, ਜਿਹੜੇ ਆਮ ਲੋਕਾਂ ਦੀ ਗੱਲ ਕਰੀਏ, ਚਾਹੇ ਉਹ ਉਗਰਾਹਾਂ ਦਾ ਕੇਡਰ ਆ, ਚਾਹੇ ਉਹ ਕਿਸੇ ਹੋਰ ਜਥੇਬੰਦੀ ਦਾ ਕੇਡਰ ਆ, ਉਹ ਚਾਹੁੰਦਾ ਕਿ ਇਸ ਸਮੇਂ ਜਿਹੜੇ ਸੰਘਰਸ਼ ਦੇ ਵਿੱਚ ਜਿਸ ਮੋੜ ਤੇ ਅਸੀਂ ਖੜੇ ਆ, ਇੱਥੇ ਸਾਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਹੈ। ਇਸ ਸਮੇਂ ਕੋਈ ਅਸੀਂ ਇਦਾਂ ਦੀ ਗੱਲ ਨਾ ਕਰੀਏ ਜਿਹਦੇ ਕਰਕੇ ਸੰਘਰਸ਼ ਤੇ ਸਿੱਧਾ ਅਸਰ ਪਵੇ। ਤੁਹਾਨੂੰ ਕੋਈ ਲੱਗਦਾ ਵੀ ਅਸੀਂ ਕੋਈ ਇਸ ਤਰ੍ਹਾਂ ਦੀ ਗੱਲ ਕਰ ਰਹੇ ਹਾਂ ਜਿਹਦੇ ਮੈਂ ਮੇਰੀ ਗੱਲ ਨਹੀਂ ਕਰ ਰਿਹਾ, ਮੈਂ ਉਹਨਾਂ ਲੋਕਾਂ ਦੀ ਗੱਲ ਕਰ ਰਿਹਾ ਜਿਨ੍ਹਾਂ ਨਾਲ ਮੈਂ ਗੱਲ ਕਰਕੇ ਆਇਆ। ਅਸੀਂ ਸਾਡੀ ਸਪਸ਼ਟ ਪੋਜੀਸ਼ਨ ਹੈ, ਅਸੀਂ ਬੇਸ਼ੱਕ ਅੱਡਾਂ ਇੱਕ ਦੂਜੇ ਨਾਲੋਂ, ਪਰ ਇਸ ਸੰਘਰਸ਼ ਦੇ ਵਿੱਚ ਲੋਕਾਂ ਦੀਆਂ ਭਾਵਨਾਵਾਂ ਨੂੰ ਬੁੱਝਦੇ ਹੋਏ, ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਬੁੱਝਦੇ ਹੋਏ ਦਿੱਲੀ ਦੇ ਮੋਰਚੇ ਦੇ ਵਿੱਚ ਅਸੀਂ ਹਰ ਗੱਲ ਜਿਹੜੀ ਕਿ ਸਟੇਟ ਦੇ ਖਿਲਾਫ ਪਾਏਦਾਰ ਹੋਵੇ ਉਹ ਕਰਨ ਵਾਸਤੇ ਤਿਆਰ ਹਾਂ ਜੀ। ਇਕਜੁੱਟਤਾ ਹੈ ਸਾਡੇ ਵਿੱਚ। ਸਾਡੀ 5 ਤਰੀਕ ਦੀ ਮੀਟਿੰਗ ਦੇ ਵਿੱਚ ਜਿਹੜੀ ਸਾਰੀਆਂ ਜਥੇਬੰਦੀਆਂ ਦੀ ਪੋਜੀਸ਼ਨ ਸੀ, ਜੈਸ ਜਾਂ ਨੋ ਜੀ, ਬਿਲਕੁਲ ਉਹ ਤੇ ਸਾਰੇ ਖੜੇ ਆ, ਉਹ ਤੇ ਸਾਰੇ ਖੜਾਂਗੇ। ਇਹਦੇ ਤੇ ਸਾਡਾ ਕੋਈ ਬਖਰੇਵਾ ਨਹੀਂ ਹੈ ਜੀ। ਕਾਨੂੰਨਾਂ ਦੀ ਵਾਪਸੀ ਤੱਕ ਅਸੀਂ ਸਾਰੀਆਂ ਜਥੇਬੰਦੀਆਂ, ਭਾਵੇਂ ਕੋਈ ਛੋਟੀ ਹੈ ਭਾਵੇਂ ਕੋਈ ਵੱਡੀ, ਕਾਨੂੰਨਾਂ ਦੀ ਵਾਪਸੀ ਤੱਕ ਅਸੀਂ ਪੂਰੇ ਲੜਾਂਗੇ ਜੀ। ਜਿਹੜੇ ਉਹ 3 ਕਾਨੂੰਨ ਨੇ, ਇੱਕ ਬਿਜਲੀ ਬਿੱਲ ਹੈ, ਇੱਕ ਉਹ ਪ੍ਰਦੂਸ਼ਣ ਵਾਲਾ ਕਾਨੂੰਨ ਹੈ, ਤੇ MSP ਸਰਕਾਰੀ ਖਰੀਦ ਤੇ PDS ਵਾਲਾ ਲੀਗਲੀ ਅਥਾਰਟੀ ਬਣਾਉਣ ਦੀ ਗੱਲ। ਇਹ ਤੇ ਸਾਡੀਆਂ ਸਾਰੀਆਂ ਜਥੇਬੰਦੀਆਂ ਇਕਜੁੱਟ ਨੇ, ਪੋਜੀਸ਼ਨਾਂ ਦੇ ਵਿੱਚ ਕੋਈ ਫਰਕ ਨਹੀਂ ਪਿਆ ਜੀ। ਕੋਈ ਛੋਟੇ ਮੋਟੇ ਫਰਕ ਰਹਿ ਜਾਂਦੇ ਨੇ, ਕੋਈ ਨਹੀਂ, ਕਰ ਲਾਂਗੇ। ਉਸ ਤੋਂ ਬਾਅਦ ਜਿਹੜੀ ਅਗਲੀ ਗੱਲ ਹੈ ਕਿ ਹੁਣ ਜਿਹੜੀ ਮੀਟਿੰਗ ਦਾ ਜਿਹੜਾ ਅੱਜ ਦਾ ਸਮਾਂ ਦਿੱਤਾ ਹੋਇਆ ਸੀ, ਇਸ ਮੀਟਿੰਗ ਦੇ ਸੰਬੰਧੀ ਵੀ ਜਿਹੜਾ ਬੜਾ ਵੱਡਾ ਭੰਬਲ ਭੂਸਾ ਆਮ ਲੋਕਾਂ ਦੇ ਵਿੱਚ ਹੈ। ਚਾਹੇ ਸਾਰਾ ਕੇਡਰ ਇੱਥੇ ਇਕੱਠਾ ਹੋ ਕੇ ਬੈਠਾ ਹੈ, ਪਰ ਹਾਲੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਜਥੇਬੰਦੀਆਂ ਇਸ ਮੀਟਿੰਗ ਦਾ ਹਿੱਸਾ ਬਣ ਰਹੀਆਂ ਜਾਂ ਨਹੀਂ ਬਣ ਰਹੀਆਂ। ਉਹ ਵੀ ਸਪਸ਼ਟ ਕਰੋ। ਦੇਖੋ, ਅੱਜ ਦੀ ਮੀਟਿੰਗ ਨੂੰ ਇਹ ਕਹਿਣਾ ਵੀ ਕੱਲ ਨੂੰ ਮੀਟਿੰਗ ਨਹੀਂ ਹੋਊਗੀ, ਇਹ ਵੀ ਰਾਇ ਤੋਂ ਬਿਨਾਂ ਹੀ ਕੀਤਾ ਹੋਇਆ ਫੈਸਲਾ ਹੈ। ਇਹ ਚਲੋ ਉਹ ਕਹਿ ਕੇ ਆ ਗਏ, ਕਿਉਂਕਿ ਉਹਨਾਂ ਨੇ ਜੋ ਉੱਥੇ ਫੈਸਲਾ ਲੈ ਲਿਆ ਤੁਰਤ, ਉਹਨੂੰ ਅਸੀਂ ਇਹ ਕਹਿ ਕੇ ਲੰਘ ਕੇ ਜਾਈਏ ਵੀ ਅਸੀਂ ਤਾਂ ਜਾਵਾਂਗੇ ਜੇ ਤੁਸੀਂ ਨਹੀਂ ਆਉਂਦੇ, ਇਹ ਗੱਲ ਨਹੀਂ। ਅਸੀਂ ਰਹਿ ਨਾਲ ਹੀ, ਜੇ ਉਹਨਾਂ ਨੇ ਫੈਸਲਾ ਕਰ ਲਿਆ ਕੋਈ ਗੱਲ ਨਹੀਂ। ਤੁਹਾਡੇ ਕੋਲ ਸੁਨੇਹਾ ਆਇਆ ਵੀ ਮੀਟਿੰਗ ਤੇ ਨਹੀਂ ਜਾ ਰਹੇ? ਨਹੀਂ, ਅਜੇ ਤੱਕ ਕੋਈ ਸੁਨੇਹਾ ਨਹੀਂ, ਮੀਡੀਆ ਰਾਹੀਂ ਆਇਆ ਬਸ ਜੋ ਕੁਛ ਹੈ ਮੀਡੀਆ। ਕਿਉਂਕਿ ਆਮ ਲੋਕ ਪੁੱਛ ਰਹੇ ਆ, ਕਿਉਂਕਿ ਵਾਰ-ਵਾਰ ਮੀਡੀਆ ਦੇ ਹੋਣ ਦੇ ਨਾਤੇ, ਮੀਡੀਆ ਨਾਲ ਸੰਬੰਧਿਤ ਹੋਣ ਦੇ ਨਾਤੇ ਅਸੀਂ ਇਕੱਠ ਦੇ ਵਿੱਚੋਂ ਲੰਘ ਕੇ ਆਏ ਆ। ਸਾਰਾ ਇਕੱਠ ਸਾਨੂੰ ਰੋਕ ਕੇ ਪੁੱਛ ਰਿਹਾ ਕਿ ਅੱਜ ਦੀ ਮੀਟਿੰਗ ਹੋ ਰਹੀ ਆ ਨਹੀਂ ਹੋ ਰਹੀ ਆ।
ਸੋ ਮੈਂ ਸਮਝਦਾ ਕਿ ਇਹ ਘੱਟੋ ਘੱਟ ਕੇਡਰ ਨੂੰ ਤਾਂ ਸਪਸ਼ਟਤਾ ਜ਼ਰੂਰ ਹੋਣੀ ਚਾਹੀਦੀ ਹੈ, ਜਿਹੜਾ ਹੇਠਲੇ ਪੱਧਰ ਤੇ ਇਸ ਸੰਘਰਸ਼ ਨਾਲ ਧਰਤੀ ਦੇ ਨਾਲ ਜੁੜਿਆ ਹੋਇਆ, ਉਸ ਕੇਡਰ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਕਿ ਇਹ ਮੀਟਿੰਗ ਹੋ ਰਹੀ ਆ, ਜੇ ਨਹੀਂ ਹੋ ਰਹੀ ਤਾਂ ਕਿਉਂ ਨਹੀਂ ਹੋ ਰਹੀ। ਮੈਨੂੰ ਲੱਗਦਾ ਮੀਡੀਆ ਰਾਹੀਂ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਮੀਟਿੰਗ ਅੱਜ ਨਹੀਂ ਹੋ ਰਹੀ ਜੀ, ਇਹਦੇ 'ਚ ਤਾਂ ਕੋਈ ਰੌਲਾ ਨਹੀਂ। ਪਰ ਇਹ ਉਹ ਪ੍ਰਪੋਜ਼ਲ, ਕਿਉਂਕਿ ਅਸੀਂ ਨੇ ਪ੍ਰਪੋਜ਼ਲ ਮੰਗੀ ਸੀ ਉਹਨਾਂ ਤੋਂ, ਪ੍ਰਪੋਜ਼ਲ ਆਉਣੀ ਚਾਹੀਦੀ ਸੀ 7 ਤਰੀਕ ਦੀ ਸ਼ਾਮ ਨੂੰ। 8 ਤਰੀਕ ਸਾਡੇ ਕੋਲ ਬਹਿਸ ਦੀ, ਕੱਲ ਦਾ ਦਿਨ ਅਸੀਂ ਪ੍ਰਪੋਜ਼ਲ ਤੇ ਬਹਿਸ ਕਰਨੀ ਸੀ। ਉਹ ਚਰਚਾ ਹੈ, ਉਹ ਕਿਵੇਂ ਲੇਟ ਹੋ ਗਈ, ਉਹ ਜਿਵੇਂ ਮੀਡੀਆ ਰਾਹੀਂ ਪਤਾ ਲੱਗੇ ਪ੍ਰਪੋਜ਼ਲ ਅੱਜ ਆ ਰਹੀ ਹੈ, ਉਹ ਤੇ ਚਰਚਾ ਹੋ ਕੇ ਕੱਲ ਨੂੰ ਸੀਟਿੰਗ ਹੋ ਜੂਗੀ। ਇੱਕ ਹੋਰ ਜਿਹੜਾ ਸਵਾਲ ਹੈ, ਕਿਉਂਕਿ ਕਿਤੇ ਨਾ ਕਿਤੇ ਕਿਆਸਾਈਆਂ ਇਹ ਲਗਾਈਆਂ ਜਾ ਰਹੀਆਂ ਕਿ ਕੇਂਦਰ ਦੀ ਸਰਕਾਰ ਵੱਲੋਂ ਇੱਕ ਪੱਤਾ ਸਿੱਟਿਆ ਗਿਆ, ਕੱਲ ਵਾਲੀ ਜਿਹੜੀ ਕਾਲ ਕੀਤੀ ਗਈ ਉਹ ਇੱਕ ਪੱਤਾ ਸਿੱਟਿਆ ਗਿਆ ਦੇਖਣ ਵਾਸਤੇ ਕਿ ਜਥੇਬੰਦੀਆਂ ਦੇ ਵਿੱਚ ਇਕਾਗਰਤਾ ਕਿੰਨੀ ਆ, ਏਕਾ ਕਿੰਨਾ ਕਾ। ਤੁਹਾਨੂੰ ਕੀ ਲੱਗਦਾ ਕਿ ਵਾਕਈ ਇੱਕ ਚਾਲ ਸੀ ਜਾਂ ਇੱਕ ਉਹਦਾ ਹਿੱਸਾ ਸੀ? ਦੇਖੋ, ਹਕੂਮਤ ਨੇ ਸਾਰੀਆਂ ਖੇਡਾਂ ਖੇਡਣੀਆਂ ਹੁੰਦੀਆਂ, ਵਿੱਚੋਂ ਪਾੜਨਾ ਵੀ ਹੁੰਦਾ, ਡਰਾਉਣਾ ਵੀ ਹੁੰਦਾ, ਧਮਕਾਉਣਾ ਵੀ ਹੁੰਦਾ, ਪਰਚੇ ਵੀ ਪਾਉਣੇ ਹੁੰਦੇ ਨੇ, ਕਈ ਕਿਸਮ ਦੀਆਂ ਗੱਲਾਂ ਕਰਦੇ ਹੁੰਦੇ ਆ। ਉਹ ਉਹਨਾਂ ਦੀ ਖੇਡ ਹੈ, ਅਸੀਂ ਨੇ ਬੁੱਝਣਾ ਤਾਂ ਉਹਦਾ ਦਾਅ ਹੈ। ਦੋ ਪਹਿਲਵਾਨ ਲੜਦੇ ਨੇ, ਆਪਦਾ ਦਾਅ ਹਰੇਕ ਨੂੰ ਮਾਰਨ ਦਾ ਅਧਿਕਾਰ ਹੈ, ਉਹਨੇ ਆਪਦਾ ਦਾਅ ਮਾਰਨਾ, ਅਸੀਂ ਦਾਅ ਨੂੰ ਬੁੱਝਣਾ ਹੁੰਦਾ। ਇਹ ਅਸੀਂ ਬੁੱਝ ਕੇ ਚੱਲ ਰਹੇ ਹਾਂ। ਦੂਜੇ ਕਿਤੇ ਮਾੜਾ ਮੋਟਾ ਜੇ ਫਰਕ ਰਹਿੰਦਾ ਉਹਨਾਂ ਨੂੰ ਦੱਸ ਦੇਣਾ ਵੀ ਆਹ ਦਾਅ ਹੈ ਭਾਈ, ਇੱਥੋਂ ਬਚ ਕੇ ਚਲੋ, ਕੋਈ ਗੱਲ ਨਹੀਂ, ਐਡਾ ਵੱਡਾ ਘੋੜਾ, ਇੰਨੀਆਂ ਜਥੇਬੰਦੀਆਂ ਨੇ, ਵਿੱਚ ਨਾ ਵਿੱਚ ਫਰਕ ਰਹਿ ਜਾਂਦਾ, ਅਸੀਂ ਇਹਨੂੰ ਕੱਢ ਲਾਂਗੇ, ਚਿੰਤਾ ਨਾ ਕਰੋ ਤੁਸੀਂ, ਚਿੰਤਾ ਕਰਨ ਵਾਲੀ ਕੋਈ ਗੱਲ ਜੀ। ਇੱਕ ਹੋਰ ਜਿਹੜਾ ਆਖਰੀ ਸਵਾਲ ਤੁਹਾਨੂੰ ਮੈਂ ਕਰਨਾ ਚਾਹੁੰਦਾ, ਤੁਹਾਨੂੰ ਕੀ ਲੱਗਦਾ ਕਿ ਜਿਹੜਾ ਜਿਵੇਂ ਤੁਸੀਂ ਘੋਲ ਦੀ ਗੱਲ ਕੀਤੀ ਹੈ ਤੇ ਘੋਲ ਦੇ ਵਿੱਚ ਜਿਹੜਾ ਕੇਂਦਰ ਸਰਕਾਰ ਵੱਲੋਂ ਦਾਅ ਖੇਡਿਆ ਗਿਆ ਉਹ ਕਾਮਯਾਬ ਹੋਇਆ ਦਾਅ 'ਚ? ਦੇਖੋ, ਕਾਮਯਾਬ ਕਰਨ ਦੇ ਵਿੱਚ ਉਹ ਇੰਨਾ ਕਰਨ 'ਚ ਤਾਂ ਕਾਮਯਾਬ ਹੋ ਗਏ ਵੀ ਅਸੀਂ ਉਹਨਾਂ ਨੂੰ ਸੱਦ ਲਿਆ, ਪਰ ਘੋਲ ਨੂੰ ਉਹ ਇਹ ਸਮ ਅਪ ਕਰਕੇ ਕੋਈ ਇਹੋ ਜਿਹੀ ਅਥਾਰਟੀ ਕੋਈ ਇਸ ਤਰ੍ਹਾਂ ਦਾ ਫੈਸਲਾ ਲੈ ਲੈਣ ਦੇ ਵਿੱਚ ਆਪਣਾ ਗੁੰਮਰਾਹ ਕਰਨ 'ਚ ਕਾਮਯਾਬ ਹੋ ਜਾਣ, ਉਹ ਮਨਸੂਬੇ ਦੇ ਤਾਂ ਬਚ ਕੇ ਆਏ ਆ। ਚਲ, ਇਹ ਤਾਂ ਚੰਗੀ ਗੱਲ ਹੈ। ਅੱਗੇ ਨੂੰ ਤਾਂ ਸਗੋਂ ਹੋਰ ਚੌਕਸ ਹੋਣ ਦੀ ਲੋੜ ਹੈ। ਇਹ ਘੋਲ ਮੋੜ ਤੇ ਹੈ, ਸਿਖਰ ਤੇ ਹੈ, ਪੈਰ ਬੋਚ ਕੇ ਧਲਣ ਦੀ ਲੋੜ ਹੈ, ਸਾਡੀ ਸਾਰਿਆਂ ਦੀ ਲੋੜ ਹੈ। ਇਹੀ ਸਾਡੇ ਹਿੱਤ 'ਚ ਹੋਊ, ਇਹੀ ਪੰਜਾਬ ਦੇ ਲੋਕਾਂ ਦੇ ਹਿੱਤ 'ਚ ਹੋਊ, ਇਹ ਤੁਹਾਡੀਆਂ ਮੀਡੀਆ ਵਾਲਿਆਂ ਦੀਆਂ ਭਾਵਨਾਵਾਂ ਦੀ ਵੀ ਹਿੱਤ 'ਚ ਹੋਊਗਾ। ਇਹਦੇ ਨਾਲ ਅਸਲ 'ਚ ਇਹ ਹੈ ਵੀ ਜਿਹੜਾ ਹੁਣ ਜਿੱਥੇ ਜਿਹੜੀ ਹੁਣ ਮੂਵ ਬਣੀ ਹੋਈ ਆ ਪੰਜਾਬ 'ਚ, ਜਿਵੇਂ ਕੱਲ ਤੁਸੀਂ ਦੇਖਿਆ ਹੋਣਾ ਵੀ ਸੱਦਾ ਤਾਂ ਇਹ ਤਕਰੀਬਨ ਐ ਸੀਗਾ ਵੀ ਉੱਤਰੀ ਭਾਰਤ 'ਚ ਬੰਦ ਹੋਊ, ਸਾਡੀ ਤਾਂ ਭਾਵਨਾ ਸੀ, ਪਰ ਇਹ ਆਲ ਇੰਡੀਆ ਦੇ ਵਿੱਚ ਇਹਨੂੰ ਭਰਮਾ ਹੰਗਾਰਾ ਮਿਲ ਗਿਆ। ਅਸੀਂ ਇੱਥੇ ਮੋਰਚਿਆਂ 'ਚ ਬੈਠੇ ਹਾਂ, ਪੰਜਾਬ ਦੇ ਵਿੱਚ ਕਿੱਡੇ ਵੱਡੇ ਵੱਡੇ ਇਕੱਠ ਹੋ ਗਏ, ਯਾਨੀ ਮੂਵ ਬਣੀ ਹੋਈ ਹੈ, ਲੋਕਾਂ ਦੀ ਲੋੜ ਹੈ। ਇਹਨਾਂ ਨਾਲ ਖਿਲਾਫਟ ਨਾ ਹੋ ਜਾਏ, ਇਹ ਤੋਂ ਅਸੀਂ ਬਚ ਕੇ ਚੱਲਾਂਗੇ, ਤੁਸੀਂ ਫਿਕਰ ਨਾ ਕਰੋ, ਜਿੱਤ ਕੇ ਜਾਵਾਂਗੇ ਪਿਛਲੇ ਦਿਨਾਂ 'ਚ। ਭਰਾਤਰੀ ਜਥੇਬੰਦੀਆਂ ਨੇ ਕੋਈ ਸਾਡੇ ਚੈਨਲ ਰਾਹੀਂ ਜਾਂ ਕੋਈ ਮੈਸੇਜ ਜਾਂ ਕੋਈ ਸੁਨੇਹਾ ਆਪਦੇ ਵੱਲੋਂ ਨਿੱਜੀ ਤੌਰ ਤੇ ਦੇਣਾ ਚਾਹੁੰਦੇ? ਮੇਰਾ ਸੁਨੇਹਾ ਹੈ ਸਾਡੇ ਵੀਰਾਂ ਨੂੰ, ਸਾਡੇ ਵੱਡਿਆਂ ਵੀਰਾਂ ਨੂੰ, ਸਾਡੇ ਛੋਟਿਆਂ ਵੀਰਾਂ ਨੂੰ, ਵੀ ਯਾਰ ਲੜ ਲਾਂਗੇ ਆਪਾਂ ਬਾਅਦ 'ਚ ਜੇ ਕੋਈ ਫਰਕ ਤਰਕ ਰਹਿ ਗਿਆ। ਅੱਜ ਨਾ ਕੋਈ ਕਿਸੇ ਦੇ ਖਿਲਾਫ ਮੂੰਹ ਖੋਲਣ ਦੀ ਲੋੜ ਨਹੀਂ, ਇਹਦਾ ਬਚਾਅ ਰੱਖੋ। ਇਹੀ ਆਪਣੇ ਪੱਖ 'ਚ ਹੈ ਤੇ ਹਕੂਮਤ ਦੇ ਵਿਰੋਧ 'ਚ। ਸਾਡੀ ਇਕਜੁੱਟਤਾ, ਇਕਮੁੱਠਤਾ ਹੀ ਇਹ ਘੋਲ ਨੂੰ ਸਿਖਰ ਤੇ ਲੈ ਕੇ ਜਾਊਗੀ, ਜਿੱਤ ਤੱਕ ਲੈ ਕੇ ਜਾਊ। ਇਹਦਾ ਅਸਰ ਪੈਣਾ, ਇਹਦੇ ਫਾਇਦੇ ਸਾਰੀਆਂ ਜਥੇਬੰਦੀਆਂ ਨੂੰ ਹੋਣੇ ਨੇ, ਸਾਰੀਆਂ ਸੰਸਥਾਵਾਂ ਨੂੰ ਹੋਣੇ ਨੇ, ਸਾਰੇ ਪੰਜਾਬ ਦੇ ਲੋਕਾਂ ਨੂੰ ਨਹੀਂ, ਸਾਰੇ ਹਿੰਦੁਸਤਾਨ ਦੇ ਲੋਕਾਂ ਨੂੰ ਹੋਣੇ ਨੇ। ਹਿੰਦੁਸਤਾਨ ਦੀ ਸਾਰੀ ਕਿਸਾਨ ਲਹਿਰ ਦੀ ਅਗਵਾਈ ਪੰਜਾਬ ਦੀ ਮੂਵਮੈਂਟ ਕਰ ਰਹੀ ਹੈ, ਇਹਨੂੰ ਧਿਆਨ 'ਚ ਰੱਖ ਕੇ ਚੱਲੋ, ਇਹਦਾ ਫਾਇਦਾ। ਸੋ ਇਹ ਸਨ ਜੋਗਿੰਦਰ ਸਿੰਘ ਉਗਰਾਹਾਂ, ਜੋ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੂੰ ਅਗਵਾਈ ਦੇ ਰਹੇ ਨੇ, ਅਗਵਾਈ ਕਰ ਰਹੇ ਨੇ। ਉਹਨਾਂ ਵੱਲੋਂ ਕਿਹਾ ਗਿਆ ਕਿ ਕਿਸੇ ਕਿਸਮ ਦਾ ਕੋਈ ਵਖਰੇਵਾਂ ਉਹਨਾਂ ਦੇ ਮਨ ਦੇ ਵਿੱਚ ਜਾਂ ਹੋਰ ਕਿਸੇ ਵੀ ਜਥੇਬੰਦੀ